ਸਿੱਖ ਸਦਭਾਵਨਾ ਦਲ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਦਲ ਦਲ ਦੇ ਸਿਰ ਕੱਢਵੇਂ ਜਰਨੈਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਬੀਜੇਪੀ ਦੇ ਐਮਐਲਏ, ਸਿੱਖ ਵਿਰੋਧੀ ਤਾਕਤਾਂ ਨੂੰ ਹਰ ਹੀਲੇ ਖੁਸ਼ ਰੱਖਣ ਵਾਲੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਬਿਨਾਂ ਮੰਗੇ ਸਰਕਾਰ ਨੂੰ ਗੁਰੂ ਘਰਾਂ ਦਾ ਪੈਸਾ, ਸੋਨਾ, ਸਰਮਾਇਆ ਆਦਿਕ ਦੇ ਦੇਣ ਦਾ ਡਰਾਮਾ ਸਾਹਮਣੇ ਆਇਆ, ਜਿਸ ਵਿੱਚ ਉਹ ਇਹ ਕਹਿ ਰਹੇ ਨੇ ਕਿ ਧਾਰਮਿਕ ਸੰਸਥਾਵਾਂ ਜਿੰਨੀਆਂ ਵੀ ਉਹ ਸਮਾਜ ਸੇਵਾ ਲਈ ਸੋਨਾ, ਪੈਸਾ ਆਦਿਕ ਬਿਨਾਂ ਮੰਗੇ ਸਰਕਾਰ ਨੂੰ ਦੇਣ। ਸਿਰਸਾ ਜੀ, ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਤੁਹਾਡੀ ਸਰਕਾਰ ਤੇ ਤੁਹਾਨੂੰ ਸਮਾਜ ਸੇਵਾ ਦਾ ਐਡਾ ਹੀ ਹੇਜ ਹੈ ਤੇ ਸਭ ਤੋਂ ਪਹਿਲਾਂ ਜਿੰਨੀਆਂ ਵੀ ਤੁਸੀਂ ਸਰਕਾਰੀ ਹਰ ਤਰ੍ਹਾਂ ਦੀਆਂ ਸਹੂਲਤਾਂ ਲੈ ਰਹੇ ਹੋ ਉਹ ਬੰਦ ਕਰਕੇ ਸਮਾਜ ਨੂੰ ਦੇ ਦਿੱਤੀਆਂ ਜਾਣ। ਦੂਸਰਾ, ਜਿੰਨਾ ਤੁਸੀਂ ਹੁਣ ਤੱਕ ਅਰਬਾਂ ਖਰਬਾਂ ਦਾ ਸਰਮਾਇਆ ਪ੍ਰਾਪਰਟੀ ਇਕੱਠੀ ਕੀਤੀ ਹੈ ਉਹ ਵੇਚ ਕੇ ਸਮਾਜ ਨੂੰ ਦੇ ਦਿੱਤੀ ਜਾਏ ਤਾਂ ਕਿ ਤੁਹਾਡੀ ਸਮਾਜ ਸੇਵਾ ਦਾ ਪਤਾ ਲੱਗ ਸਕੇ। ਅਗਲੀ ਗੱਲ, ਇਹ ਨਸੀਹਤ ਉਹਨਾਂ ਸੰਸਥਾਵਾਂ ਨੂੰ ਦਿਓ ਜਿਨ੍ਹਾਂ ਦੇ ਕੋਲੇ ਪੈਸਾ ਵੀ ਵੱਧ ਹੈ, ਸੋਨਾ ਵੀ ਵੱਧ ਹੈ, ਹੋਰ ਸਰਮਾਇਆ ਵੀ ਬਹੁਤ ਹੈ, ਪਰ ਉਹ ਕਰੋਨੇ ਵਾਇਰਸ ਦੇ ਕਾਰਨ ਡਰ ਕਰਕੇ ਅੰਦਰ ਵੜ ਕੇ ਬੈਠੇ ਹੋਏ ਨੇ। ਉਹਨਾਂ ਲੋਕਾਂ ਨੂੰ ਨਸੀਹਤ ਨਾ ਦਿਓ ਜਿਹੜੇ ਸਿੱਖ ਪੰਥ ਦੇ ਰੂਪ ਵਿੱਚ ਸਿਰ ਤਲੀ 'ਤੇ ਰੱਖ ਕੇ ਤਨ ਮਨ ਧਨ ਕਰਕੇ ਪੂਰੇ ਸੰਸਾਰ ਭਰ ਵਿੱਚ ਅੱਜ ਉਹ ਸੇਵਾਵਾਂ ਵੀ ਨਿਭਾ ਰਹੇ ਨੇ ਔਰ ਸਰਬੱਤ ਦੇ ਭਲੇ ਲਈ ਸਹਿਜ ਪਾਠ ਤੇ ਨਾਲ ਅਰਦਾਸਾਂ ਵੀ ਕਰ ਰਹੇ ਨੇ। ਉਦੋਂ ਅਗਲੀ ਗੱਲ, ਅਸੀਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੋਕਾ ਦਿੰਦੇ ਹਾਂ, ਸਮੁੱਚੇ ਸਿੱਖ ਪੰਥ ਨੂੰ ਸੁਚੇਤ ਕਰਦੇ ਹਾਂ ਕਿ ਜਿੰਨਾ ਚਿਰ ਇਹ ਬਾਦਲ ਦਲੀਏ ਰਾਜਨੀਤਿਕ ਟੋਲਾ ਗੁਰੂ ਘਰਾਂ ਚੋਂ ਬਾਹਰ ਨਹੀਂ ਹੁੰਦਾ, ਅੱਜ ਜਿਹੜੀ ਹਾਲਤ ਇਹਨਾਂ ਲੋਕਾਂ ਨੇ ਗੁਰਦੁਆਰਿਆਂ ਦੀ ਕਰ ਦਿੱਤੀ ਹੈ, ਜਿਹੜੇ ਕਦੇ ਮਾਨਵਤਾ ਦਾ ਭਵਿੱਖ ਆਖੇ ਜਾਂਦੇ ਨੇ, ਅੱਜ ਉਹ ਗੋਲਕਾਂ ਦੇ ਮੁਤਾਜ ਇਹਨਾਂ ਕਰਕੇ ਬਣੇ ਆ। ਤੁਸੀਂ ਵੇਖ ਸਕਦੇ ਹੋ ਕਿ ਪਿਛਲੇ ਕਈ ਮਹੀਨਿਆਂ ਤੋਂ ਮੁਲਾਜ਼ਮਾਂ ਦੀਆਂ ਤਨਖਾਹਾਂ, ਟੀਚਰਾਂ ਦੀਆਂ ਨਾ ਮਿਲਣੀਆਂ ਤੇ ਸਾਡੇ ਜਿਹੜੇ ਹਸਪੀਟਲ ਨੇ, ਕਾਲਜ ਨੇ, ਉਹਨਾਂ ਦੀ ਸਕੂਲਾਂ ਦੀ ਹਾਲਤ ਬਦਤਰ ਤੋਂ ਵੀ ਬਦਤਰ ਹੋ ਗਈ। ਇੱਥੋਂ ਤੱਕ ਕਿ ਇੱਕ ਭਾਈ ਹਰਜਿੰਦਰ ਸਿੰਘ ਨਾਮ ਦਾ ਕੀਰਤਨੀਆ ਦਿੱਲੀ ਕਮੇਟੀ ਵਿੱਚ ਉਹ ਕੀਰਤਨ ਕਰਨ ਵਾਲਾ ਦਿਹਾੜੀ ਲਾਉਂਦਾ ਹੋਇਆ, ਮਜ਼ਦੂਰੀ ਕਰਦਾ ਹੋਇਆ ਸਾਹਮਣੇ ਉਹ ਕੇਸ ਆਇਆ। ਇਹ ਲੋਕਾਂ ਨੇ ਹਾਲਤ ਕਰ ਦਿੱਤੀ ਹੈ, ਇਤਿਹਾਸ ਵਿਗਾੜੇ ਨੇ, ਬਹੁਤ ਕੁਝ ਹੈ। ਇਹ ਲੋਕ ਜ਼ਿੰਮੇਵਾਰ ਨੇ। ਜੇ ਅਸੀਂ ਇਹਨਾਂ ਨੂੰ ਨੱਥ ਪਾਉਣੀ ਚਾਹੁੰਦੇ ਹਾਂ, ਦੁਬਾਰਾ ਸੁਧਾਰ ਕਰਕੇ ਅਸੀਂ ਗੁਰਦੁਆਰੇ ਨੂੰ ਗੋਲਕ ਦੀ ਮੁਤਾਜ ਤੋਂ ਕੱਢ ਕੇ ਮਾਨਵਤਾ ਦਾ ਭਵਿੱਖ ਬਣਾਉਣਾ ਚਾਹੁੰਦੇ ਹਾਂ ਤੇ ਫਿਰ ਆਓ ਮੁੜ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਬਣੋ। ਸਿੱਖ ਸਦਭਾਵਨਾ ਦਲ ਵੱਲੋਂ ਦਿੱਤੇ ਹੋਏ ਹੋਕੇ ਵੱਲ ਧਿਆਨ ਦਿਓ ਤਾਂ ਜੋ ਇਹ ਰਾਜਨੀਤਿਕ ਜੁੰਡਲੀ ਗੁਰੂ ਘਰਾਂ 'ਚੋਂ ਭਜਾਈਏ, ਸਿੱਖ ਨੀਤੀ ਲਿਆਈਏ, ਮੁੜ ਸ਼ੇਰੇ ਪੰਜਾਬ ਬਣ ਕੇ ਜਿਵੇਂ ਗੁਰੂ ਤੇ ਗੁਰੂ ਦੇ ਸਿੱਖ ਸਾਡੇ ਵੱਡਪੁਰਖੇ ਕਰਦੇ ਆਏ ਨੇ। ਜਦੋਂ ਵੀ ਕਿਤੇ ਮਹਾਮਾਰੀ ਫੈਲੀ, ਅਸੀਂ ਰਾਹਤ ਫੰਡ ਮੰਗਣ ਨਹੀਂ ਗਏ, ਰਾਹਤ ਫੰਡ ਵੰਡਣ ਗਏ ਹਾਂ। ਸ਼ੇਰੇ ਪੰਜਾਬ ਨੇ ਆਪ ਮੜਾਸਾ ਕਰਕੇ ਜਿੱਥੇ ਅਨਾਜ ਵੰਡਿਆ ਗਰੀਬਾਂ ਦੇ ਘਰਾਂ ਤੱਕ ਛੱਡ ਕੇ ਆਏ ਲੋੜਵੰਦਾਂ ਦੇ, ਤੇ ਨਾਲ ਉਹਨਾਂ ਜਿੱਥੇ ਹਰਿਮੰਦਰ ਸਾਹਿਬ ਤੇ ਸੋਨਾ ਲਾਇਆ ਵੀ ਮੇਰੇ ਗੁਰੂ ਦਾ ਘਰ ਸੋਨੇ ਤੋਂ ਵਧੀਆ ਹੈ, ਉੱਥੇ ਵੀ ਸੋਨਾ ਹੋਣਾ ਚਾਹੀਦਾ ਹੈ। ਉਹਨਾਂ ਮੰਦਰ ਤੇ ਧਾਰਮਿਕ ਸਥਾਨਾਂ ਤੇ ਕਈ ਟਨ ਸੋਨਾ ਲਵਾ ਦਿੱਤਾ। ਇਹ ਕਹਿ ਲਈਏ ਕਿ ਰਾਮ ਰਾਜ ਦੀਆਂ ਡੀਂਗਾਂ ਮਾਰਨ ਵਾਲੇ ਸਿਰਸੇ ਜਿਹੜੇ ਨੇ, ਇਹਨਾਂ ਨੇ ਸੋਨੇ ਵਰਗੇ ਗੁਰੂ ਘਰਾਂ ਨੂੰ ਪਹਿਲਾਂ ਸੋਨੇ ਤੋਂ ਥੱਲੇ ਲਿਆਂਦਾ, ਹੁਣ ਉਹ ਸੋਨਾ ਵੇਚਣਾ ਚਾਹੁੰਦੇ ਨੇ। ਤੇ ਅਸੀਂ ਬੇਨਤੀ ਕਰਦੇ ਹਾਂ ਕਿ ਸੋਨੇ ਤੋਂ ਵੀ ਵਧੀਆ ਉਹਨਾਂ ਗੁਰੂ ਘਰਾਂ ਨੂੰ ਪਹਿਲਾਂ ਤਾਂ ਇਹਨਾਂ ਲੋਟੂ ਟੋਲਿਆਂ ਤੋਂ ਆਜ਼ਾਦ ਕਰਕੇ ਸੋਨੇ ਤੋਂ ਵਧੀਆ ਬਣਾਇਆ ਜਾਏ, ਫਿਰ ਉਸ ਸੋਨੇ ਨੂੰ ਬਚਾਇਆ ਜਾਏ। ਬੇਨਤੀ ਕਰਦਾ ਕਿ ਆਓ ਇਹ ਡਰਾਮੇਬਾਜ਼ੀ ਜਿਹੜੀ ਇਹਨਾਂ ਦੀ ਬੰਦ ਕਰਨ ਵਾਸਤੇ, ਕਿਉਂਕਿ ਸਿਰਸਾ ਜੀ ਨੇ ਪਹਿਲਾਂ ਵੀਡੀਓ ਪਾ ਕੇ ਇਹ ਝੂਠ ਬੋਲਿਆ ਕਿ ਧਾਰਮਿਕ ਸੰਸਥਾਵਾਂ ਦੀ ਗੱਲ ਕਰਦਾ ਹੈ, ਜਦ ਕਿ ਗੁਰਦੁਆਰਾ ਵੀ ਇੱਕ ਧਾਰਮਿਕਤਾ ਦੇ ਵਿੱਚ ਆਉਂਦਾ ਹੈ। ਦੂਸਰੀ, ਇਹਨਾਂ ਨੇ ਇਹ ਝੂਠ ਬੋਲ ਦਿੱਤਾ। ਦੂਸਰਾ ਝੂਠ ਇਹ ਸਾਹਮਣੇ ਆਇਆ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਤੀਸਰੀ ਗੱਲ, ਇਹ ਮਾਫੀ ਮੰਗਦੇ ਵੀ ਨਜ਼ਰ ਆਏ। ਤੇ ਮੈਂ ਬੇਨਤੀ ਕਰਦਾ ਕਿ ਸਿੱਖ ਨਾ ਤਾਂ ਝੂਠ ਬੋਲਦਾ ਹੈ ਤੇ ਨਾ ਡਰਾਮੇਬਾਜ਼ ਹੈ।
ਡਰਾਮੇਬਾਜ਼ ਤੇ ਝੂਠ ਬੋਲਣ ਵਾਲੇ ਨੂੰ ਸਿੱਖ ਕਦੇ ਸਿੱਖ ਨਹੀਂ ਮੰਨਦੇ। ਆਓ ਇਹਨਾਂ ਲੋਕਾਂ ਤੋਂ ਗੁਰੂ ਧਾਮ ਆਜ਼ਾਦ ਕਰਾਈਏ। ਮੁੜ ਅਸੀਂ ਸ਼ੇਰੇ ਪੰਜਾਬ ਤੇ ਉਹ ਖਾਲਸਾ ਰਾਜ ਜਿਹੜਾ ਗੁਰਦੁਆਰਿਆਂ ਦੇ ਨਾਲ ਨਾਲ ਮੰਦਰਾਂ ਤੇ ਵੀ ਸੋਨੇ ਲਾਉਣ ਦੀ ਗੱਲ ਕਰਦਾ ਹੈ, ਉਸ ਦੀ ਗੱਲ ਕਰੀਏ। ਬੇਗਮਪੁਰਾ ਸ਼ਹਿਰ ਕੋ ਨਾਓ, ਸਿੱਖ ਨੀਤੀ ਲਿਆਈਏ। ਬਾਦਲ ਦਲ ਦੇ ਸਿਰ ਕੱਢਵੇਂ ਜਰਨੈਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਬੀਜੇਪੀ ਦੇ ਐਮਐਲਏ, ਸਿੱਖ ਵਿਰੋਧੀ ਤਾਕਤਾਂ ਨੂੰ ਹਰ ਹੀਲੇ ਖੁਸ਼ ਰੱਖਣ ਵਾਲੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਬਿਨਾਂ ਮੰਗੇ ਸਰਕਾਰ ਨੂੰ ਗੁਰੂ ਘਰਾਂ ਦਾ ਪੈਸਾ, ਸੋਨਾ, ਸਰਮਾਇਆ ਆਦਿਕ ਦੇ ਦੇਣ ਦਾ ਡਰਾਮਾ ਸਾਹਮਣੇ ਆਇਆ, ਜਿਸ ਵਿੱਚ ਉਹ ਇਹ ਕਹਿ ਰਹੇ ਨੇ ਕਿ ਧਾਰਮਿਕ ਸੰਸਥਾਵਾਂ ਜਿੰਨੀਆਂ ਵੀ ਉਹ ਸਮਾਜ ਸੇਵਾ ਲਈ ਸੋਨਾ, ਪੈਸਾ ਆਦਿਕ ਬਿਨਾਂ ਮੰਗੇ ਸਰਕਾਰ ਨੂੰ ਦੇਣ। ਸਿਰਸਾ ਜੀ, ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਤੁਹਾਡੀ ਸਰਕਾਰ ਤੇ ਤੁਹਾਨੂੰ ਸਮਾਜ ਸੇਵਾ ਦਾ ਐਡਾ ਹੀ ਹੇਜ ਹੈ ਤੇ ਸਭ ਤੋਂ ਪਹਿਲਾਂ ਜਿੰਨੀਆਂ ਵੀ ਤੁਸੀਂ ਸਰਕਾਰੀ ਹਰ ਤਰ੍ਹਾਂ ਦੀਆਂ ਸਹੂਲਤਾਂ ਲੈ ਰਹੇ ਹੋ ਉਹ ਬੰਦ ਕਰਕੇ ਸਮਾਜ ਨੂੰ ਦੇ ਦਿੱਤੀਆਂ ਜਾਣ। ਦੂਸਰਾ, ਜਿੰਨਾ ਤੁਸੀਂ ਹੁਣ ਤੱਕ ਅਰਬਾਂ ਖਰਬਾਂ ਦਾ ਸਰਮਾਇਆ ਪ੍ਰਾਪਰਟੀ ਇਕੱਠੀ ਕੀਤੀ ਹੈ ਉਹ ਵੇਚ ਕੇ ਸਮਾਜ ਨੂੰ ਦੇ ਦਿੱਤੀ ਜਾਏ ਤਾਂ ਕਿ ਤੁਹਾਡੀ ਸਮਾਜ ਸੇਵਾ ਦਾ ਪਤਾ ਲੱਗ ਸਕੇ। ਅਗਲੀ ਗੱਲ, ਇਹ ਨਸੀਹਤ ਉਹਨਾਂ ਸੰਸਥਾਵਾਂ ਨੂੰ ਦਿਓ ਜਿਨ੍ਹਾਂ ਦੇ ਕੋਲੇ ਪੈਸਾ ਵੀ ਵੱਧ ਹੈ, ਸੋਨਾ ਵੀ ਵੱਧ ਹੈ, ਹੋਰ ਸਰਮਾਇਆ ਵੀ ਬਹੁਤ ਹੈ, ਪਰ ਉਹ ਕਰੋਨੇ ਵਾਇਰਸ ਦੇ ਕਾਰਨ ਡਰ ਕਰਕੇ ਅੰਦਰ ਵੜ ਕੇ ਬੈਠੇ ਹੋਏ ਨੇ। ਉਹਨਾਂ ਲੋਕਾਂ ਨੂੰ ਨਸੀਹਤ ਨਾ ਦਿਓ ਜਿਹੜੇ ਸਿੱਖ ਪੰਥ ਦੇ ਰੂਪ ਵਿੱਚ ਸਿਰ ਤਲੀ ਤੇ ਰੱਖ ਕੇ ਤਨ ਮਨ ਧਨ ਕਰਕੇ ਪੂਰੇ ਸੰਸਾਰ ਭਰ ਵਿੱਚ ਅੱਜ ਉਹ ਸੇਵਾਵਾਂ ਵੀ ਨਿਭਾ ਰਹੇ ਨੇ ਔਰ ਸਰਬੱਤ ਦੇ ਭਲੇ ਲਈ ਸਹਿਜ ਪਾਠ ਤੇ ਨਾਲ ਨਾਲ ਅਰਦਾਸਾਂ ਵੀ ਕਰ ਰਹੇ ਨੇ। ਉਦੋਂ ਅਗਲੀ ਗੱਲ, ਅਸੀਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੋਕਾ ਦਿੰਦੇ ਹਾਂ, ਸਮੁੱਚੇ ਸਿੱਖ ਪੰਥ ਨੂੰ ਸੁਚੇਤ ਕਰਦੇ ਹਾਂ ਕਿ ਜਿੰਨਾ ਚਿਰ ਬਾਦਲ ਦਲੀਏ ਰਾਜਨੀਤਿਕ ਟੋਲਾ ਗੁਰੂ ਘਰਾਂ ਚੋਂ ਬਾਹਰ ਨਹੀਂ ਹੁੰਦਾ, ਅੱਜ ਜਿਹੜੀ ਹਾਲਤ ਇਹਨਾਂ ਲੋਕਾਂ ਨੇ ਗੁਰਦੁਆਰਿਆਂ ਦੀ ਕਰ ਦਿੱਤੀ ਹੈ, ਜਿਹੜੇ ਕਦੇ ਮਾਨਵਤਾ ਦਾ ਭਵਿੱਖ ਆਖੇ ਜਾਂਦੇ ਨੇ, ਅੱਜ ਉਹ ਗੋਲਕਾਂ ਦੇ ਮੁਤਾਜ ਇਹਨਾਂ ਕਰਕੇ ਬਣੇ ਆ। ਤੁਸੀਂ ਵੇਖ ਸਕਦੇ ਹੋ ਕਿ ਪਿਛਲੇ ਕਈ ਮਹੀਨਿਆਂ ਤੋਂ ਮੁਲਾਜ਼ਮਾਂ ਦੀਆਂ ਤਨਖਾਹਾਂ, ਟੀਚਰਾਂ ਦੀਆਂ ਨਾ ਮਿਲਣੀਆਂ ਤੇ ਸਾਡੇ ਜਿਹੜੇ ਹਸਪੀਟਲ ਨੇ, ਕਾਲਜ ਨੇ, ਉਹਨਾਂ ਦੀ, ਸਕੂਲਾਂ ਦੀ ਹਾਲਤ ਬਦਤਰ ਤੋਂ ਵੀ ਬਦਤਰ ਹੋ ਗਈ। ਇੱਥੋਂ ਤੱਕ ਕਿ ਇੱਕ ਭਾਈ ਹਰਜਿੰਦਰ ਸਿੰਘ ਨਾਮ ਦਾ ਕੀਰਤਨੀਆ ਦਿੱਲੀ ਕਮੇਟੀ ਵਿੱਚ ਉਹ ਕੀਰਤਨ ਕਰਨ ਵਾਲਾ ਦਿਹਾੜੀ ਲਾਉਂਦਾ ਹੋਇਆ, ਮਜ਼ਦੂਰੀ ਕਰਦਾ ਹੋਇਆ ਸਾਹਮਣੇ ਉਹ ਕੇਸ ਆਇਆ। ਇਹ ਲੋਕਾਂ ਨੇ ਹਾਲਤ ਕਰ ਦਿੱਤੀ ਹੈ, ਇਤਿਹਾਸ ਵਿਗਾੜੇ ਨੇ, ਬਹੁਤ ਕੁਝ ਹੈ। ਇਹ ਲੋਕ ਜ਼ਿੰਮੇਵਾਰ ਨੇ। ਜੇ ਅਸੀਂ ਇਹਨਾਂ ਨੂੰ ਨੱਥ ਪਾਉਣੀ ਚਾਹੁੰਦੇ ਹਾਂ, ਦੁਬਾਰਾ ਸੁਧਾਰ ਕਰਕੇ ਅਸੀਂ ਗੁਰਦੁਆਰੇ ਨੂੰ ਗੋਲਕ ਦੀ ਮੁਤਾਜ ਤੋਂ ਕੱਢ ਕੇ ਮਾਨਵਤਾ ਦਾ ਭਵਿੱਖ ਬਣਾਉਣਾ ਚਾਹੁੰਦੇ ਹਾਂ, ਤੇ ਫਿਰ ਆਓ ਮੁੜ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਬਣੋ। ਸਿੱਖ ਸਦਭਾਵਨਾ ਦਲ ਵੱਲੋਂ ਦਿੱਤੇ ਹੋਏ ਹੋਕੇ ਵੱਲ ਧਿਆਨ ਦਿਓ ਤਾਂ ਜੋ ਇਹ ਰਾਜਨੀਤਿਕ ਜੁੰਡਲੀ ਗੁਰੂ ਘਰਾਂ ਚੋਂ ਭਜਾਈਏ, ਸਿੱਖ ਨੀਤੀ ਲਿਆਈਏ, ਮੁੜ ਸ਼ੇਰੇ ਪੰਜਾਬ ਬਣ ਕੇ ਜਿਵੇਂ ਗੁਰੂ ਤੇ ਗੁਰੂ ਦੇ ਸਿੱਖ ਸਾਡੇ ਵੱਡਪੁਰਖੇ ਕਰਦੇ ਆਏ ਨੇ। ਜਦੋਂ ਵੀ ਕਿਤੇ ਮਹਾਮਾਰੀ ਫੈਲੀ, ਅਸੀਂ ਰਾਹਤ ਫੰਡ ਮੰਗਣ ਨਹੀਂ ਗਏ, ਰਾਹਤ ਫੰਡ ਵੰਡਣ ਗਏ ਹਾਂ। ਸ਼ੇਰੇ ਪੰਜਾਬ ਨੇ ਆਪ ਮੜਾਸਾ ਕਰਕੇ ਜਿੱਥੇ ਅਨਾਜ ਵੰਡਿਆ ਗਰੀਬਾਂ ਦੇ ਘਰਾਂ ਤੱਕ ਛੱਡ ਕੇ ਆਏ ਲੋੜਵੰਦਾਂ ਦੇ, ਤੇ ਨਾਲ ਨਾਲ ਉਹਨਾਂ ਜਿੱਥੇ ਹਰਿਮੰਦਰ ਸਾਹਿਬ ਤੇ ਸੋਨਾ ਲਾਇਆ ਵੀ ਮੇਰੇ ਗੁਰੂ ਦਾ ਘਰ ਸੋਨੇ ਤੋਂ ਵਧੀਆ ਹੈ, ਉੱਥੇ ਵੀ ਸੋਨਾ ਹੋਣਾ ਚਾਹੀਦਾ। ਉਹਨਾਂ ਮੰਦਰ ਤੇ ਧਾਰਮਿਕ ਸਥਾਨਾਂ ਤੇ ਕਈ ਟਨ ਸੋਨਾ ਲਵਾ ਦਿੱਤਾ। ਇਹ ਕਹਿ ਲਈਏ ਕਿ ਰਾਮ ਰਾਜ ਦੀਆਂ ਡੀਂਗਾਂ ਮਾਰਨ ਵਾਲੇ ਸਿਰਸੇ ਜਿਹੜੇ ਨੇ, ਇਹਨਾਂ ਨੇ ਸੋਨੇ ਵਰਗੇ ਗੁਰੂ ਘਰਾਂ ਨੂੰ ਪਹਿਲਾਂ ਸੋਨੇ ਤੋਂ ਥੱਲੇ ਲਿਆਂਦਾ, ਹੁਣ ਉਹ ਸੋਨਾ ਵੇਚਣਾ ਚਾਹੁੰਦੇ ਨੇ। ਤੇ ਅਸੀਂ ਬੇਨਤੀ ਕਰਦੇ ਹਾਂ ਕਿ ਸੋਨੇ ਤੋਂ ਵੀ ਵਧੀਆ ਉਹਨਾਂ ਗੁਰੂ ਘਰਾਂ ਨੂੰ ਪਹਿਲਾਂ ਤਾਂ ਇਹਨਾਂ ਲੋਟੂ ਟੋਲਿਆਂ ਤੋਂ ਆਜ਼ਾਦ ਕਰਕੇ ਸੋਨੇ ਤੋਂ ਵਧੀਆ ਬਣਾਇਆ ਜਾਏ, ਫਿਰ ਉਸ ਸੋਨੇ ਨੂੰ ਬਚਾਇਆ ਜਾਏ। ਬੇਨਤੀ ਕਰਦਾ ਕਿ ਆਓ ਇਹ ਡਰਾਮੇਬਾਜ਼ੀ ਜਿਹੜੀ ਇਹਨਾਂ ਦੀ ਬੰਦ ਕਰਨ ਵਾਸਤੇ, ਕਿਉਂਕਿ ਸਿਰਸਾ ਜੀ ਨੇ ਪਹਿਲਾਂ ਵੀਡੀਓ ਪਾ ਕੇ ਇਹ ਝੂਠ ਬੋਲਿਆ ਕਿ ਧਾਰਮਿਕ ਸੰਸਥਾਵਾਂ ਦੀ ਗੱਲ ਕਰਦਾ ਹੈ, ਜਦ ਕਿ ਗੁਰਦੁਆਰਾ ਵੀ ਇੱਕ ਧਾਰਮਿਕਤਾ ਦੇ ਵਿੱਚ ਆਉਂਦਾ ਹੈ। ਦੂਸਰੀ, ਇਹਨਾਂ ਨੇ ਇਹ ਝੂਠ ਬੋਲ ਦਿੱਤਾ
ਦੂਸਰਾ ਝੂਠ ਇਹ ਸਾਹਮਣੇ ਆਇਆ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਤੀਸਰੀ ਗੱਲ, ਇਹ ਮਾਫੀ ਮੰਗਦੇ ਵੀ ਨਜ਼ਰ ਆਏ। ਤੇ ਮੈਂ ਬੇਨਤੀ ਕਰਦਾ ਕਿ ਸਿੱਖ ਨਾ ਤਾਂ ਝੂਠ ਬੋਲਦਾ ਹੈ ਤੇ ਨਾ ਡਰਾਮੇਬਾਜ਼ ਹੈ। ਡਰਾਮੇਬਾਜ਼ ਤੇ ਝੂਠ ਬੋਲਣ ਵਾਲੇ ਨੂੰ ਸਿੱਖ ਕਦੇ ਸਿੱਖ ਨਹੀਂ ਮੰਨਦੇ। ਆਓ ਇਹਨਾਂ ਲੋਕਾਂ ਤੋਂ ਗੁਰੂ ਧਾਮ ਆਜ਼ਾਦ ਕਰਾਈਏ। ਮੁੜ ਅਸੀਂ ਸ਼ੇਰੇ ਪੰਜਾਬ ਤੇ ਉਹ ਖਾਲਸਾ ਰਾਜ ਜਿਹੜਾ ਗੁਰਦੁਆਰਿਆਂ ਦੇ ਨਾਲ ਮੰਦਰਾਂ ਤੇ ਵੀ ਸੋਨੇ ਲਾਉਣ ਦੀ ਗੱਲ ਕਰਦਾ ਹੈ, ਉਸ ਦੀ ਗੱਲ ਕਰੀਏ। ਬੇਗਮਪੁਰਾ ਸ਼ਹਿਰ ਕੋ ਨਾਓ, ਸਿੱਖ ਨੀਤੀ ਲਿਆਈਏ।